ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ। ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੈ ਹਰ ਸੇਵਾ। ਆਸ ਕਿਰਪਾਨ ਖੰਡੋ ਖੜਗ, ਤੁਪਕ ਤਬਰਿਆਰ ਤੀਰ। ਸੈਫ ਸਰੋਹੀ ਸਹਿਥੀ, ਯੈ ਹਮਾਰੇ ਪੀਰ। ਰਖੇ ਜੋ ਇਸ ਰੈਤ ਕੋ, ਉਹ ਮੇਰਾ ਮੈਂ ਤਾਸ। ਵਡ ਭਾਗੀ ਉਹ ਜਾਣੀਐ, ਰਹਿ ਹਮਾਰੇ ਪਾਸ। ਵਡ ਭਾਗੀ ਉਹ ਜਾਣੀਐ, ਰਹਿ ਹਮਾਰੇ ਪਾਸ। ਪਤਤ ਪਾਵਨ ਭਗਤ ਵਛਲ, ਕਿਰਪਾ ਨਿਧਾਨ। ਜੁਗੋ ਜੁਗ ਅਟਲ ਚਵਰ, ਛਤਰ ਤਖਤ ਦੇ ਮਾਲਕ। ਰਾਜਾਨ ਰਾਜ ਭਾਨਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠੇ ਗੁਰੂ ਕੀ ਪਿਆਰੀ ਸਾਧ ਸੰਗਤ। ਬੜੇ ਪਿਆਰ ਸਤਿਕਾਰ ਨਾਲ ਦੋਨੋਂ ਹੱਥ ਜੋੜੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਕਰੀਏ। ਧੰਨ ਸਾਹਿਬੇ ਕਮਾਲ ਸਰਵੰਸ ਦਾਨੀ, ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ। ਸਾਰੇ ਹੀ ਪਿਆਰ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਸਾਧ ਸੰਗਤ, ਅਕਾਲ ਪੁਰਖ ਪ੍ਰਭੂ ਅੰਤਰਜਾਮੀ ਮਹਾਰਾਜ ਦੀ ਅਪਰਿਆਪਾਰ ਮਿਹਰ ਰਹਿਮਤ ਦਇਆ ਦਿਆਲਤਾ ਵਰਤ ਰਹੀ ਹੈ। ਸਾਰੀਆਂ ਸੰਗਤਾਂ ਇੱਕ ਵਾਰੀ ਪਿਆਰ ਨਾਲ ਆਖੀਏ ਜੀ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ, ਇਹ ਸਾਲਾਨਾ ਗੁਰਮਤਿ ਸਮਾਗਮ ਸ਼ਹੀਦਾਂ ਦੇ ਸਥਾਨ ਤੇ ਛੇਵੇਂ ਸਤਿਗੁਰੂ ਮੀਰੀ ਪੀਰ ਦੇ ਮਾਲਕ ਦਸਤਗੀਰ ਹੋਏ ਹਰ ਗੁਰ ਹਰ ਗੋਬਿੰਦ ਤੋਲਾ। ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਆਡੋਲਾ। ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਛੋਹ ਸਥਾਨ ਇਹ ਬਾਬੇ ਸ਼ਹੀਦ ਸਿੰਘਾਂ ਪਿੰਡ ਸਗਰਾਂ ਵਾਲੀ
ਆਪਾਂ ਸਾਰਾ ਇਸ ਇਤਿਹਾਸ ਸਰਵਣ ਕੀਤਾ। ਢਾਡੀ ਸਿੰਘਾਂ ਨੇ ਵੀ ਸਰਵਣ ਕਰਵਾਇਆ, ਗਿਆਨੀ ਜੀ ਹੁਣੀ, ਹੜ ਗ੍ਰੰਥੀ ਹੁਣੀ ਵੀ ਸਾਨੂੰ ਭਾਵੇਂ ਟੂਕ ਮਾਤਰ ਹੀ ਦੱਸਿਆ ਵੀ ਕਿਵੇਂ ਇਹ ਸਥਾਨ ਸਜਿਆ। ਮਲੇਸ਼ੀਆ ਦਾ ਨਾਸ਼ ਕਰਨ ਵਾਸਤੇ ਜਿਹੜੇ ਆਏ ਸੀ ਸ਼ਹਿਨਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਜਨਮ ਕਹਿ ਲਈਏ, ਜਿਨ੍ਹਾਂ ਨੇ ਅਵਤਾਰ ਧਾਰਿਆ ਸੀ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਅਨੁਸਾਰ। ਜਿਸ ਵੇਲੇ ਮਾਤਾ ਗੰਗਾ ਜੀ ਨੇ ਬੇਨਤੀ ਕਰੀ ਸੀ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਕੋਲ, ਕਰਮੋਂ ਦੀਆਂ ਜਠਾਣੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਦਇਆ ਕੀਤੀ, ਬਾਬਾ ਬੁੱਢਾ ਜੀ ਨੂੰ ਮਾਣ ਬਖਸ਼ਣਾ ਸੀ, ਸਮਝਾਉਣਾ ਕੀਤਾ ਵੀ ਇਸ ਵੇਲੇ ਸੰਸਾਰ ਦੇ ਵਿੱਚ ਬੰਦਗੀ ਵਾਲੇ ਆ, ਭਗਤੀ ਵਾਲੇ ਆਦਿ ਗੁਰੂ ਨਾਨਕ ਸਾਹਿਬ ਦੇ ਆਦਿ ਗੁਰ ਸਿੱਖ ਬਾਬਾ ਬੁੱਢਾ ਜੀ, ਉਹਨਾਂ ਦੀ ਸ਼ਰਨ ਵਿੱਚ ਜਾਵੋ, ਲੰਗਰ ਲੈ ਕੇ ਜਾਇਓ। ਜ਼ਿਕਰ ਆਉਂਦਾ ਵੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਰਥਾਂ 'ਤੇ ਮਾਤਾ ਜੀ ਬੈਠ ਕਰਕੇ ਲੰਗਰ ਪਦਾਰਥ ਲੈ ਕੇ ਦਾਸ ਦਾਸੀਆਂ ਨਾਲ ਲੈ ਕੇ ਜਿਹੜੇ ਬਾਬਾ ਜੀ ਦੀ ਬੀੜ ਵਿੱਚ ਪਹੁੰਚੇ ਸੀ, ਹਲੇ ਰਾਤ ਜਾ ਰਹੇ ਸੀ, ਧੂੜ ਉੱਡ ਰਹੀ ਸੀ, ਧਰਤੀ ਤੋਂ ਲੈ ਕੇ ਅਸਮਾਨ ਤੱਕ ਧੂੜ ਪਹੁੰਚ ਚੁੱਕੀ ਸੀ। ਤੇ ਬਾਬਾ ਜੀ ਨੇ ਇਹ ਦੇਖ ਕਰਕੇ, ਅੰਤਰਜਾਮੀ ਸੀ ਬਾਬਾ ਜੀ, ਵੀ ਗੁਰੂ ਕਿਆਂ ਨੂੰ ਇਹ ਭਾਜੜ ਕਿਉਂ ਪੈ ਗਈ। ਜਿਹੜੇ ਮਾਤਾ ਜੀ ਕੋਲ ਪਹੁੰਚੇ, ਬੇਨਤੀ ਕੀਤੀ ਵੀ ਇੱਕ ਪੁੱਤਰ ਦੀ ਦਾਤ ਲੈਣ ਵਾਸਤੇ ਆਪ ਜੀ ਕੋਲ ਆਏ ਆ। ਤੇ ਬਾਬਾ ਜੀ ਨੇ ਕਹਿਣਾ ਕੀਤਾ, ਇਹ ਭਾਜੜ ਰੂਪ ਬਣਾ ਕੇ ਮਾਤਾ ਜੀ ਇੱਥੇ ਕਿਉਂ ਆਏ ਆ। ਕਿਉਂਕਿ ਪੁੱਤਰਾਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਦੀ ਜੋਤ ਪੰਜਵੀਂ, ਉਹ ਸਾਰਿਆਂ ਦੇ ਝੋਲੀਆਂ ਭਰਦੇ ਆ। ਉੱਥੇ ਬੇਨਤੀ ਕਰਨੀ ਸੀ। ਲੰਗਰ ਤਾਂ ਛਕਾ ਲਿਆ, ਵਾਪਸ ਆ ਗਿਆ। ਕਹਿੰਦੇ ਉਸ ਵੇਲੇ ਇੱਕ ਗੁਰਸਿੱਖ ਵੀ ਕੋਲ ਸੁਣ ਰਿਹਾ ਹੈ, ਜਿਹੜੇ ਪਹਿਲਾਂ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਗੁਰੂ ਕਹਿੰਦੇ ਭਾਜੜ ਕਿਉਂ ਪਈ। ਉਸ ਗੁਰਸਿੱਖ ਨੇ ਕਹਿਣਾ ਕੀਤਾ ਸੀ ਮਹਾਰਾਜ ਦੇ ਮਹਿਲ ਆ ਰਹੇ ਆ, ਤੇ ਬਾਬਾ ਜੀ ਨੇ ਉਹਦੇ ਵਾਸਤੇ ਸਹਿਜ ਸਪਾਏ ਬਚਨ ਕੀਤਾ ਸੀ ਵੀ ਸੂਰਾ ਤੂੰ ਘੁਰ ਘੁਰ ਕਿਉਂ ਕਰਦਾ। ਕਹਿੰਦੇ ਉਹਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ, ਬਾਬਾ ਜੀ ਤੁਸੀਂ ਬਚਨ ਤਾਂ ਕਰ ਦਿੱਤਾ, ਇਹ ਤੁਹਾਡਾ ਬਚਨ ਅਮੋਘ ਆ, ਮੈਨੂੰ ਸੂਰ ਤਾਂ ਬਣਨਾ ਹੀ ਪਊਗਾ ਤੁਹਾਡੇ ਬਚਨਾਂ ਦੇ ਅਨੁਸਾਰ, ਪਰ ਮੇਰਾ ਭਲਾ ਕਿਵੇਂ ਹੋਊਗਾ। ਕਹਿੰਦੇ ਬਾਬਾ ਜੀ ਨੇ ਉਹਲੇ ਬਚਨ ਕੀਤਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਵਤਾਰ ਧਾਰਨਾ, ਤੇਰਾ ਉਹ ਭਲਾ ਕਰਨਗੇ। ਵਡਾਲੀ ਵਿੱਚ ਉਹ ਸੂਰ ਦਾ ਭਲਾ ਕੀਤਾ ਸੀ। ਮਾਤਾ ਜੀ ਜਿਸ ਵੇਲੇ ਵਾਪਸ ਪਹੁੰਚੇ, ਸ਼ਾਮ ਨੂੰ ਮਹਿਲਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਸਾਰੀ ਵਿਥਿਆ ਦੇਣ ਦੀ ਸੁਣਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿਣਾ ਕੀਤਾ ਵੀ ਗਏ ਕਿਹੜੇ ਰੂਪ ਵਿੱਚ ਸੀਗੇ। ਹੁਣ ਜਿਵੇਂ ਮਾਤਾ ਜੀ ਪਹੁੰਚੇ ਸੀ ਉਹ ਸਾਰਾ ਦੱਸਿਆ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਜੇ ਮੰਗਣ ਜਾਈਏ ਨਾ ਤੇ ਨਿਮਰਤਾ ਦੇ ਨਾਲ ਨੰਗੇ ਪੈਰੀਂ ਤੁਰ ਕੇ ਜਾਣਾ ਚਾਹੀਦਾ ਸੀ। ਲੰਗਰ ਕਹਿੰਦੇ ਆਪਣੇ ਹੱਥੀਂ ਪਕਾਓ, ਆਟਾ ਆਪਣੇ ਹੱਥੀਂ ਪੀਸੋ, ਛੋਲੇ ਤੇ ਕਣਕ ਰਲਾ ਕੇ ਬੇਲੜਾ, ਦੁੱਧ ਆਪਣੇ ਹੱਥੀਂ ਦਹੀਂ ਰਿੜਕੋ, ਮੱਖਣ ਕੱਢੋ। ਉਹ ਮਿੱਸੇ ਪ੍ਰਸ਼ਾਦੇ ਬਣਾ ਕਰਕੇ ਲੱਸੀ ਦੀ ਚਾਟੀ, ਗੰਢਾ ਅਚਾਰਾ ਤੇ ਮੱਖਣ ਲੈ ਕਰਕੇ ਉੱਥੇ ਜਾ ਕਰਕੇ ਬਾਬਾ ਜੀ ਨੂੰ ਛਕਾਓ। ਬਾਬਾ ਜੀ ਕਹਿੰਦੇ ਬਹੁਤ ਦਿਆਲੂ ਆ। ਸਾਧ ਸੰਗਤ ਜਿਹੜੇ ਬਾਬਾ ਜੀ ਕੋਲ ਮਾਤਾ ਜੀ ਦੂਸਰੇ ਰਿਸ਼ਤੇਦਾਰ ਪਹੁੰਚੇ ਸੀਗੇ, ਤੇ ਕਹਿੰਦੇ ਬਾਬਾ ਜੀ ਵੀ ਜਾਂਦਿਆਂ ਨੂੰ ਗਲ 'ਚ ਪੱਲਾ ਪਾ ਕੇ ਖੜੇ ਸੀ ਹੱਥ ਜੋੜ ਕੇ, ਤੇ ਮਾਤਾ ਜੀ ਦੇ ਸਿਰ ਤੋਂ ਚਾਟੀ ਲਾਈ ਬਾਬਾ ਜੀ ਨੇ ਆਪ ਲੱਸੀ ਵਾਲੀ, ਤੇ ਨਾਲ ਹੀ ਬਾਬਾ ਜੀ ਨੇ ਬੇਨਤੀ ਕੀਤੀ, ਮਾਤਾ ਨੂੰ ਪੁੱਤਰਾਂ ਦੀ ਭੁੱਖ ਦਾ ਪਤਾ ਹੁੰਦਾ,
ਮਾਤਾ ਜੀ ਭੁੱਖ ਬਹੁਤ ਲੱਗੀ ਆ, ਪ੍ਰਸ਼ਾਦਾ ਦਿਓ ਛਕਣ ਨੂੰ। ਜਿਵੇਂ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ, ਗੰਢਾ ਭੰਨਿਆ ਤੇ ਕਿਰਪਾ ਕੀਤੀ। ਕਹਿੰਦੇ ਐਸਾ ਸੂਰਮਾ, ਕਹਿੰਦੇ ਮਾਤਾ ਜੀ ਤੁਹਾਡੇ ਗ੍ਰਹਿ ਪ੍ਰਗਟ ਹੋਵੇਗਾ, ਜਿਹੜਾ ਮਲੇਛਾਂ ਦੇ ਦੁਸ਼ਮਣਾਂ ਦੇ ਕਹਿੰਦੇ ਸਿਰ ਇੱਦਾਂ ਮੁੱਕੀਆਂ ਨਾਲ ਭੰਨੂਗਾ ਜਿਵੇਂ ਮੈਂ ਗੰਢਾ ਭੰਨਿਆ। ਆਖੋ ਸਤਿਨਾਮ ਵਾਹਿਗੁਰੂ। ਇਹ ਬਾਬਾ ਜੀ ਦਾ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿੰਦੇ ਬਿਆਸਾ ਦਰਿਆ ਦੇ ਕੰਢੇ ਦੂਸਰੀ ਲੜਾਈ ਸ੍ਰੀ ਹਰਗੋਬਿੰਦਪੁਰ ਦੀ ਹੋਈ ਸੀ, ਉੱਥੇ ਇੱਕ ਬਚਨ ਪੂਰੇ ਕੀਤੇ ਸੀ। ਸੋ ਇਹ ਪਾਵਨ ਪਵਿੱਤਰ ਸਥਾਨ ਸ਼ਹੀਦਾਂ ਦਾ, ਜਿੱਥੇ ਮਹਾਰਾਜ ਨੇ ਚੌਥੀ ਜੰਗ ਤੋਂ ਉਪਰੰਤ ਆਪਣੇ ਮੁਬਾਰਕ ਚਰਨ ਪਾਏ ਸੀਗੇ। ਗਿਆਨੀ ਦੱਸਦੇ ਪਹਿਲਾ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ ਸੀ ਤੇ ਮੁਖਲਕ ਸਾਂ 7000 ਫੌਜ ਲੈ ਕੇ ਪਹੁੰਚਿਆ ਸੀ। ਕਾਫੀ ਲੜਾਈ ਹੋਈ, ਉਹ ਲੜਾਈ ਵੀ ਮਹਾਰਾਜ ਨੇ ਪੰਜਾਂ ਪਹਿਰਾਂ ਫਤਿਹ ਕੀਤੀ ਸੀਗੀ ਤੇ 7000 ਵਿੱਚੋਂ ਬਹੁਤ ਜ਼ਿਆਦਾ ਦੁਸ਼ਮਣਾਂ ਦੇ ਜਿਹੜੇ ਸੈਨਿਕ ਸੀ ਉਹ ਮਾਰੇ ਗਏ ਸੀ। ਮਹਾਰਾਜ ਦਾ ਮੁਕਾਬਲਾ ਹੋਇਆ ਮੁਖਲਸਾਂ ਦੇ ਨਾਲ ਆਮੋ ਸਾਹਮਣੇ। ਪਹਿਲਾਂ ਤੀਰ ਮੁਖਲਸਾਂ ਨੇ ਤਿੰਨ ਮਹਾਰਾਜ ਦੇ ਵਾਰ ਕੀਤੇ, ਉਪਰੰਤ ਮਹਾਰਾਜ ਜਿਹੜੇ ਕਹਿੰਦੇ ਦੋ ਵਾਰ ਕੀਤੇ ਤੀਰਾਂ ਦੇ, ਤੇ ਮੁਖਲਸਾਂ ਨੇ ਆਪਣੇ ਢਾਲ ਤੇ ਲੈ ਕੇ ਆਪਣੇ ਆਪ ਨੂੰ ਬਚਾਉਣਾ ਕੀਤਾ। ਤੇ ਤੀਸਰਾ ਤੀਰ ਚੱਕਣ ਤੋਂ ਪਹਿਲਾਂ ਹੀ ਕਹਿਤਾ, ਇਹ ਗੁਰੂ ਸਾਹਿਬ ਕਹਿੰਦਾ ਬੇਨਤੀ ਹੈ, ਕਹਿੰਦੇ ਤੁਹਾਡੇ ਤੀਰ ਜਿਹੜੇ ਆ ਬਦਾਨਾ ਵਾਂਗੂ ਪੈਂਦੇ ਆ, ਝਾਲ ਨਹੀਂ ਝੱਲੀ ਜਾਂਦੀ, ਕਿਰਪਾ ਕਰੋ ਤਲਵਾਰ ਨਾਲ ਕਹਿੰਦੇ ਮੇਰੇ ਨਾਲ ਜੰਗ ਕਰ ਲਓ। ਇੰਨੇ ਸੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਤੀਰਾਂ ਦੀ ਜਿਹੜੀ ਝਾਲ ਕੋਈ ਝੱਲ ਨਹੀਂ ਸਕਦਾ ਸੀਗਾ। ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਬਾਬੇ ਸ਼ਹੀਦ ਸਿੰਘਾਂ ਵਿਖੇ ਆਪਾਂ ਸਾਲਾਨਾ ਗੁਰਮਤਿ ਸਮਾਗਮ ਹਾਜ਼ਰੀ ਭਰ ਰਹੇ ਹਾਂ। ਦਸਾਂ ਜੋਤਾਂ ਨੇ ਸਾਡੇ ਤੇ ਅਪਾਰ ਦਇਆ ਕੀਤੀ ਆ। ਦਸਵੇਂ ਸਾਹਿਬ ਗੁਰੂ ਨਾਨਕ ਦੇਵ, ਦਸਵੀਂ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਦਸਵੇਂ ਜਾਮੇ ਸਾਨੂੰ ਸਰਦਾਰੀਆਂ ਰਾਜ ਭਾਗ ਬਖਸ਼ੀ ਕੀਤੇ, ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਦੇ ਕੇ ਕਿਰਪਾ ਕੀਤੀ ਸੀ। ਢਾਡੀ ਸਿੰਘ ਸੁਣਾਉਂਦੇ ਹੁੰਦੇ ਵੀ ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਨੇ ਪੱਕਾ ਸਿੰਘ ਗੁਲਾਮੀ ਵਾਲਾ ਤੋੜ ਦਿੱਤਾ। ਐਸੀ ਮੋਦਿਆਂ ਦਿਲਾਂ ਵਿੱਚ ਜਾਨ ਪਾਈ, ਚਿੜੀਆਂ ਨੇ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ। ਅੰਮ੍ਰਿਤ ਦੇ ਕੇ ਖੰਡੇ ਦੀ ਧਾਰ ਵਾਲਾ ਸਿੱਧਾ ਨਾਤਾ ਅਕਾਲ ਪੁਰਖ ਨਾਲ ਜੋੜ ਦਿੱਤਾ। ਇੱਕ ਹੱਥ ਮਾਲਾ ਇੱਕ ਹੱਥ ਦੇ ਕਿਰਪਾਨ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੁੱਤਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਖੰਡੇ ਬਾਟੇ ਅੰਮ੍ਰਿਤ ਦੇ ਕੇ ਸਾਨੂੰ ਸਰਦਾਰ ਬਣਾਇਆ। ਰਹਿਤਾਂ ਦਸੀਆਂ, ਕੇਸ ਕੰਘਾ ਕੜਾ ਕਿਰਪਾਨ ਕਛਹਿਰਾ ਇਹ ਧਾਰਨ ਕਰਨੀਆਂ। 4 ਵਜੇ ਕਿਹਾ ਤਾਂ ਦੱਸਿਆ ਜਾਂ ਨੂੰ ਬਚ ਕੇ ਰਹਿਣਾ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਾਗਤ ਝੂਠ ਤੰਬਾਕੂ ਨਸ਼ਾ ਆਦਿ ਸੇਵਨ ਨਹੀਂ ਕਰਨਾ, ਮੀਟ ਆਂਡਾ ਮੱਛੀ ਸ਼ਰਾਬ ਆਦਿ ਚੀਜ਼ਾਂ ਨਹੀਂ ਵਰਤਣੀਆਂ, ਪਰ ਤਨ ਤੇ ਪਰ ਦਾ ਧਨ ਦਾ ਤਿਆਗ ਰੱਖਣਾ। ਗੁਰਸਿੱਖਾਂ ਨੂੰ ਲੋੜ ਹੈ ਆਪਣਾ ਕਰੈਕਟਰ ਆ ਬਹੁਤ ਵਧੀਆ ਉੱਚਾ ਰੱਖੀਏ। ਸਾਡਾ ਜਿਹੜਾ ਕਿਰਦਾਰ ਆ, ਸਾਡੇ ਕਿਰਦਾਰ ਨੂੰ ਲੋਕ ਸਲਾਉਣ, ਜਿਵੇਂ ਪਿੱਛੇ ਸਲਾਉਂਦੇ ਸੀ, ਉਹ ਤਾਂ ਹੀ ਸਲਾਉਣਗੇ ਜੇ ਆਪਾਂ ਆਪਣੀ ਮਰਿਆਦਾ ਦੇ ਕਾਇਮ ਹੋਵਾਂਗੇ। ਜੇ ਆਪਾਂ ਮਰਿਆਦਾ ਵਿੱਚ ਰਵਾਂਗੇ। ਹਰੀ ਸਿੰਘ ਨਲੂਏ ਨੂੰ ਹੁਣ ਤੱਕ ਐਵੇਂ ਨਹੀਂ ਪਠਾਨ ਯਾਦ ਕਰਦੇ, ਜਿਹਨੇ ਸ਼ੇਰ ਨੂੰ ਹੱਥੀਂ ਫੜ ਕੇ ਮਾਰ ਦਿੱਤਾ ਸੀ, ਚਵਾੜਾ ਪਾੜ ਕੇ। ਦੁਨੀਆ ਦੇ ਬਹੁਤ ਵੱਡੇ ਵੱਡੇ ਸੂਰਮੇ ਹੋਏ ਆ। ਇੱਕ ਅਫਗਾਨਿਸਤਾਨ ਦੇ ਉੱਤੇ ਕਿਸੇ ਨੇ ਹੁਣ ਤੱਕ ਜਿੱਤ ਪ੍ਰਾਪਤ ਨਹੀਂ ਕੀਤੀ, ਕੇਵਲ ਇੱਕ ਹਰੀ ਸਿੰਘ ਨਲੂਏ ਤੋਂ ਬਗੈਰ। 2 ਕਿਲ੍ਹੇ ਬਣਾਏ ਸੀ ਉਹਨੇ, ਇੱਕ ਜਮਰਾਓ ਦਾ ਕਿਲ੍ਹਾ, ਇੱਕ ਕਾਬਲ ਦਾ ਕਿਲ੍ਹਾ। ਦੋਸ਼ੀਆਂ ਨੂੰ ਕਹਿੰਦੇ ਇੰਨੀ ਸਜ਼ਾ ਹੁੰਦੀ, ਇੰਨਾ ਡਰ ਹੁੰਦਾ ਸੀ, ਜਿਹੜੇ ਦੋਸ਼ੀ ਫੜੇ ਜਾਂਦੇ ਸੀ ਜਮਰਾਓ ਦੇ ਕਿਲ੍ਹੇ 'ਚ ਮਿੱਟੀ ਪਟਾ ਕੇ ਬੋਰੀਆਂ ਭਰ ਕੇ ਮੋਢਿਆਂ ਚੁਕਾ ਦਿੰਦੇ। ਕੇਵਲ 2 ਡੰਡਿਆਂ ਵਾਲੇ ਬੰਦੇ ਹੁੰਦੇ ਸੀ ਮਗਰ ਸਿੰਘ, ਤੇ 500 ਪਠਾਨ ਪਠਾਣੀ ਹੁੰਦੇ ਸੀਗੇ। ਦੂਸਰੇ ਕਿਲ੍ਹੇ ਵਿੱਚ ਜਾ ਕੇ ਮਿੱਟੀ ਢੇਰੀ ਕਰਨੀ, ਉੱਥੋਂ ਭਰ ਕੇ ਫਿਰ ਵਾਪਸ ਆਉਣਾ। ਤੇ ਸ਼ਾਮ ਨੂੰ ਜਾਣ ਲੱਗਿਆ ਕਿ ਮਿਲਦਾ ਸੀ, ਸਜ਼ਾ ਮਿਲਦੀ 5 ਜੁੱਤੀਆਂ।
एक दूजे के मोहरे होकर पठान जुत्तियां खाते ही हरि सिंह नलूए दियां। ਉਹਦੇ ਕੋਲ ਕੀ ਸੀ? ਅੰਮ੍ਰਿਤ ਦੀ ਸ਼ਕਤੀ ਸੀ, ਅੰਮ੍ਰਿਤ ਦਾ ਪਹਿਰਾ ਸੀ ਉਹਦੇ ਕੋਲ। ਕਹਿੰਦੇ ਇੱਕ ਸਮੇਂ ਰਾਤ ਨੂੰ ਇੱਕ ਪਠਾਣਾ ਦੀ ਔਰਤ ਹਰੀ ਸਿੰਘ ਨਲੂਏ ਦੇ ਕੋਲ ਪਹੁੰਚ ਗਈ। ਰਾਤ ਦਾ ਸਮਾਂ 12 ਵਜੇ ਦਾ। ਪਹਿਰੇ ਲੰਘਣ ਨਹੀਂ ਦੇ ਰਹੇ ਸੀ। ਹਰੀ ਸਿੰਘ ਨਲੂਏ ਨੂੰ ਜਾ ਕੇ ਇੱਕ ਨੇ ਦੱਸਿਆ, ਕਹਿੰਦਾ ਆਉਣ ਦਿਓ, ਜਿਹੜਾ ਵੀ ਆਉਂਦਾ ਆਉਣ ਦੇਵੋ। ਕਹਿੰਦੇ ਉਹਦੇ ਕੋਲ ਕਟਾਰ ਆ, ਨਹੀਂ ਤਾਂ ਵੀ ਆਉਣ ਦੇਵੋ। ਉਹਨੇ ਹਰੀ ਸਿੰਘ ਨਲੂਏ ਜਾ ਕੇ ਇਹ ਸਵਾਲ ਕੀਤਾ, ਤੁਸੀਂ ਸਾਡੇ ਮੁਲਕ 'ਤੇ ਆਣ ਕੇ ਕਬਜ਼ਾ ਕੀਤਾ। ਕਹਿੰਦੇ ਹਰੀ ਸਿੰਘ ਨਲੂਏ ਨੇ ਕਹਿਣਾ ਕੀਤਾ ਵੀ ਆਪਣੇ ਘਰ ਦੀ ਰਾਖੀ ਕਰਨ ਦਾ ਹਰੇਕ ਨੂੰ ਅਖਤਿਆਰ ਆ, ਹੱਕ ਆ। ਅਸੀਂ ਆਪਣੇ ਦੇਸ਼ ਦੀ, ਆਪਣੀ ਧਰਤੀ ਦੀ ਰਾਖੀ ਕਰ ਰਹੇ ਹਾਂ। ਇੰਨੀ ਗੱਲ ਉਹ ਤੇ ਲਾਜਵਾਬ ਹੋ ਗਈ ਔਰਤ ਉਹ। ਫਿਰ ਉਹਨੇ ਕਹਿਣਾ ਕੀਤਾ, ਮੈਂ ਤੇਰੇ ਵਰਗਾ ਆਪਣੇ ਕੋਲੋਂ ਪੁੱਤ ਚਾਹੁੰਦੀ ਹਾਂ, ਵੀ ਮੇਰੇ ਕੁੱਖੋਂ ਤੇਰੇ ਵਰਗਾ ਇੱਕ ਪੁੱਤ ਜੰਮੇ। ਹਰੀ ਸਿੰਘ ਨੇ ਕਹਿਣਾ ਕੀਤਾ, ਕਹਿੰਦੀ ਦੇਖ ਬੀਬੀ, ਆਪਣੇ ਧਰਮ ਵਿੱਚੋਂ ਮੈਨੂੰ ਨਾ ਕਰਾ, ਤੂੰ ਆਪਣੇ ਧਰਮ 'ਚ ਖੜੀ ਰਹਿ, ਮੈਂ ਆਪਣੇ ਧਰਮ 'ਚ ਖੜਾ ਆ। ਉਹ ਕਹਿਣ ਲੱਗੀ, ਨਹੀਂ ਮੈਂ ਇਹ ਗੱਲ ਨਹੀਂ ਤੇਰੀ ਸੁਣਨੀ, ਮੈਂ ਤੇਰੇ ਕੋਲ ਇੱਕ ਪੁੱਤ ਚਾਹੁੰਦੀ ਹਾਂ। ਸਾਧ ਸੰਗਤ ਕਹਿੰਦੇ ਹਰੀ ਸਿੰਘ ਨੇ ਆਪਣੇ ਸੇਵਾਦਾਰ ਨੂੰ ਆਵਾਜ਼ ਮਾਰੀ, ਕਹਿੰਦੇ ਦੁਸ਼ਾਲਾ ਮੰਗਾਇਆ ਤੇ ਸੇਵਾਦਾਰ ਨੂੰ ਕਹਿਣਾ ਕੀਤਾ ਵੀ ਇਹ ਬੀਬੀ ਦੇ ਉੱਪਰ ਦੁਸ਼ਾਲਾ ਪਾ ਦੇ। ਦੁਸ਼ਾਲਾ ਬਹੁਤ ਕੀਮਤੀ ਆ। ਉਹਦੇ 'ਤੇ ਦੁਸ਼ਾਲਾ ਪਾ ਕੇ ਤੇ ਕਹਿੰਦੇ ਹਰੀ ਸਿੰਘ ਨੇ ਉਹਨੂੰ ਮੱਥਾ ਟੇਕਿਆ। ਉਹ ਪਠਾਨ ਔਰਤ ਨੂੰ ਕਹਿਣ ਲੱਗੇ, ਅੱਜ ਤੋਂ ਲੈ ਕੇ ਤੂੰ ਮੈਨੂੰ ਆਪਣਾ ਪੁੱਤ ਬਣਾ ਲਾ, ਅੱਜ ਤੋਂ ਲੈ ਕੇ ਤੂੰ ਮੈਨੂੰ ਆਪਣਾ ਹੀ ਪੁੱਤ ਸਮਝ ਲਾ। ਉਦੋਂ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਵਿੱਚ ਉਹਨੇ ਇਹ ਗੱਲ ਕਹੀ ਸੀ ਵੀ ਮੈਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਅਤੇ ਗੁਰੂ ਦਾ ਸਿੱਖ ਕਿਸੇ ਨੂੰ ਖਾਲੀ ਮੋੜਦਾ ਨਹੀਂ। ਅੱਜ ਮੈਂ ਤੇਰੇ ਕੋਲ ਖਾਲੀ ਜਾ ਰਹੀ, ਤੂੰ ਮੇਰੀ ਗੱਲ ਨਹੀਂ ਸੁਣੀ, ਤਾਂ ਫਿਰ ਦੁਸ਼ਾਲਾ ਪਵਾਉਣਾ ਕੀਤਾ ਸੀ। ਇਹ ਗੱਲ ਕਹਿਣੀ ਕੀਤੀ ਸੀ। ਕਹਿੰਦੇ ਬੀਬੀ ਨੇ ਰੋਂਦੀ ਨੇ, ਅਥਰੂ ਬਹਾਉਂਦੀ ਨੇ ਹਰੀ ਸਿੰਘ ਨੂੰ ਮੋਢਿਆਂ ਫੜ ਕੇ ਉਠਾਲ ਕੇ ਕਹਿਣਾ ਕੀਤਾ ਵੀ ਅੱਜ ਮੈਂ ਭਾਗਾ ਵਾਲੀ ਹਾਂ, ਮੈਂ ਇੱਕ ਪਠਾਨਾਂ ਦੀ ਔਰਤ ਹੋ ਕੇ ਅੱਜ ਮੈਂ ਹਰੀ ਸਿੰਘ ਨਲੂਏ ਦੀ ਮਾਂ ਬਣੀ ਹਾਂ, ਮੈਂ ਇੱਕ ਸਿੱਖ ਦੀ ਮਾਂ ਬਣੀ ਅੱਜ। ਸਾਧ ਸੰਗਤ ਐਵੇਂ ਐਡੀਆਂ ਕੁਰਬਾਨੀਆਂ ਨਹੀਂ ਹੁੰਦੀਆਂ। ਅਫਗਾਨਿਸਤਾਨ ਜਿਹੜਾ ਜਿੱਤਿਆ ਜਾਤ ਦੇ ਨਾਲ, ਸਾਥ ਦੇ ਨਾਲ, ਕੁਰਬਾਨੀ ਨਾਲ ਜਿੱਤਿਆ ਭਾਈ ਹਰੀ ਸਿੰਘ ਨਲੂਏ ਸਰਦਾਰ ਨੇ। ਇਹ ਬਖਸ਼ੀਆਂ ਰਹਿਮਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਅਤੇ ਬਾਣੀ ਵਿੱਚ ਸਾਨੂੰ ਇਹ ਸਾਰੀ ਸਿੱਖਿਆ ਮਿਲਦੀ ਆ। ਮਹਾਰਾਜ ਕਿਰਪਾ ਕੀਤੀ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਜੇ ਬਾਣੀ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਬਾਣੀ ਵਿੱਚੋਂ ਸਾਰੀ ਸਿੱਖਿਆ ਮਿਲ ਜਿਹੜੀ ਮਹਾਰਾਜ ਨੇ 4 ਕ੍ਰਿਆਤਾਂ ਦੱਸੀਆਂ ਨਾ, ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਜਗਤ ਜੁਗਤ ਤੰਬਾਕੂ ਨਸ਼ਾ ਨਹੀਂ ਵਰਤਣਾ, ਮੀਟ ਆਂਡਾ ਮੱਛੀ ਸ਼ਰਾਬ ਆਹ ਚੀਜ਼ਾਂ ਨਹੀਂ ਵਰਤਣੀਆਂ। ਇਹ ਸਾਰਾ ਬਾਣੀ ਮਹਾਰਾਜ ਕਿਰਪਾ ਕੀਤੀ ਆ। ਮਹਾਰਾਜ ਕਿਰਪਾ ਕਰਦੇ ਬਾਬਾ ਹੋ ਖਾਣਾ ਖੁਸ਼ੀ ਖਵਾਚ ਤੇ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਜਿਤ ਪੀਤਿਆਂ ਮਤ ਦੂਰ ਹੋਏ ਬਦਲ ਪਵੇ ਵਿੱਚ ਆਏ, ਆਪਣਾ ਪਤਾ ਨਾ ਪਛਾਣੇ ਖਸਮੋ ਧੱਕੇ ਖਾਏ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਮ ਮਰਦਾਰ ਨਾ ਖਾਏ। ਮਰਦਾਰ ਦਾ ਝੂਠ ਬੋਲਣਾ ਵੀ ਹੁੰਦਾ, ਮਰਦਾਰ ਮੁਰਦਾ ਖਾਣਾ ਵੀ ਹੁੰਦਾ। ਜਿਹੜੇ ਮੀਟ ਖਾਂਦੇ ਮਰਿਆ ਮੁਰਦਾ ਪਸ਼ੂ ਮਰਿਆ ਖਾਂਦੇ ਆ। ਜਿਹੜਾ ਲੋਕ ਬਾਬਾ ਜੀ ਕਹਿੰਦੇ ਹੁੰਦੇ ਬਾਬਾ ਗਿਆਨ ਸਿੰਘ, ਜਿਹੜਾ ਕਹਿੰਦੇ ਲੋਕੀ ਬਾਹਰ ਲਿਜਾ ਕੇ ਫੂਕਦੇ ਆ ਜਾਂ ਸਾਡਾ ਰੇੜੀ ਸਿੱਟ ਕੇ ਆਉਂਦੇ ਆ। ਬਾਣੀ ਕਹਿੰਦੇ ਸਾਨੂੰ ਸਾਰਾ ਸੋਝੀ ਬਖਸ਼ਦੀ ਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਲੜ ਲਾਇਆ ਸੀ। ਕਿਰਪਾ ਕੀਤੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਆਪਾਂ, ਅਤੇ ਗੁਰੂ ਦਾ ਹੁਕਮ ਵੀ ਮੰਨਣਾ ਚਾਹੀਦਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਤਾਰੇ। ਜੋ ਬਾਣੀ ਸਾਨੂੰ ਹੁਕਮ ਕਰਦੀ ਉਸ ਬਾਣੀ ਨੂੰ ਮੰਨਣਾ ਕਰੀਏ, ਬਾਣੀ ਨੂੰ ਪੜ੍ਹੀਏ,
ਬਾਣੀ ਦੇ ਨਾਲ ਪਿਆਰ ਕਰੀਏ। ਬਾਬਾ ਗਿਆਨ ਸਿੰਘ ਕਿਰਪਾ ਕਰਦੇ ਨੇ, ਕਹਿੰਦੇ ਜਿੰਨਾ ਬਾਣੀ ਨਾਲ ਪਿਆਰ ਕਰਾਂਗੇ ਤੇ ਉਤਨੀਆਂ ਹੀ ਬਖਸ਼ਾਂ ਬਾਣੀ ਵਿੱਚੋਂ ਪ੍ਰਾਪਤ ਹੁੰਦੀਆਂ। ਗੁਰੂ ਗ੍ਰੰਥ ਸਾਹਿਬ ਜੀ ਬਹੁਤ ਦਿਆਲੂ ਹੈ, ਦਸਾਂ ਜੋਤਾਂ ਦੀ ਹਾਜ਼ਰ ਨਾਜ਼ਰ ਜੋਤ ਆ, ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ। ਬਚਨ ਆ ਮਹਾਰਾਜ ਦੇ ਵੀ ਕਵਨ ਸੰਜੋਗ ਮਿਲੋ ਪ੍ਰਭ ਆਪਣੇ। ਕਿਹੜਾ ਕਹਿੰਦੇ ਸੰਜੋਗ ਕਰੀਏ, ਕਿੱਦਾਂ ਦਾ ਕਰਮ ਕਮਾਈਏ ਜਿਹੜਾ ਪ੍ਰਭੂ ਨਾਲ, ਪਰਮੇਸ਼ਰ ਨਾਲ, ਗੁਰੂ ਨਾਲ ਸਾਡਾ ਮਿਲਾਪ ਹੋ ਜਾਵੇ। ਪਲ ਪਲ ਨਿਮਕ ਹਰ ਜਪਨੇ। ਮਹਾਰਾਜ ਕਹਿੰਦੇ ਪਲ ਪਲ ਨਿਮਕ ਭਰ ਵੀ ਸਮਾਂ ਜਿਹੜਾ ਪਰਮੇਸ਼ਰ ਦੇ ਨਾਮ ਦੇ ਬਗੈਰ ਨਾ ਜਾਵੇ। ਜੇ ਸਾਡਾ ਇੱਕ ਵੀ ਸਵਾਸ ਕਹਿੰਦੇ ਨਾਮ ਤੋਂ ਬਗੈਰ ਜਾਂਦਾ, ਸਮਝੋ ਵੀ ਸਾਰੀ ਜ਼ਿੰਦਗੀ ਖਰਾਬ ਹੋ ਗਈ। ਮਹਾਰਾਜ ਸਮਝਾਉਂਦੇ ਵੀ ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਹਰ ਜਪਨੇ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਿਤੇ ਪ੍ਰਭੂ ਪਰਮੇਸ਼ਰ ਦੇ ਚਰਨ ਕਮਲ ਸਦਾ ਹੀ ਧਿਆਈਏ, ਜਿਹਦੇ ਚਰਨ ਧਿਆਉਣ ਦੇ ਨਾਲ ਵਡਿਆਈ ਮਿਲੀ ਸੀ ਭੀਲਣੀ ਨੂੰ। ਰਾਮਚੰਦਰ ਨੇ ਜਾ ਕੇ ਉਹਨੂੰ ਤਾਰਨਾ ਕੀਤਾ ਸੀ। ਕ੍ਰਿਸ਼ਨ ਭਗਵਾਨ ਨੇ ਦਾਸੀ ਦੇ ਪੁੱਤ ਨੂੰ ਵਡਿਆਈ ਬਖਸ਼ੀ ਸੀ। ਕਹਿੰਦੇ ਸਿਮਰਨ ਕੀਤਾ ਸੀ ਹਾਥੀ ਨੇ, ਉਹਨੂੰ ਪਾਣੀ ਵਿੱਚੋਂ ਤੰਦਵੇ ਕੋਲ ਛਡਾਉਣਾ ਕੀਤਾ ਸੀ ਪਰਮੇਸ਼ਰ ਨੇ। ਉਹਦਾ ਸਿਮਰਨ ਕਰੀਏ, ਮਹਾਰਾਜ ਸਮਝਾਉਂਦੇ ਆ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਧਿਆਵੋ। ਕਵਨ ਸੰਜੋਗ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ। ਕਹਿੰਦੇ ਕਿਹੜੀ ਮਤ ਧਾਰਨ ਕਰੀਏ, ਕਿਹੜੀ ਸਿੱਖਿਆ ਗ੍ਰਹਿਣ ਕਰੀਏ ਜਿਹਦੇ ਨਾਲ ਪ੍ਰੀਤਮ ਦੇ ਨਾਲ ਮਿਲਾਪ ਹੋ ਜਾਵੇ। ਭਗਤ ਫਰੀਦ ਜੀ ਨੂੰ ਪੁੱਛਣਾ ਕੀਤਾ ਸੀ ਕਿਸੇ ਨੇ, ਇਹ ਸਵਾਲ ਕੀਤਾ ਸੀ, ਕਵਨ ਸੋ ਅੱਖਰ ਕਵਨ ਸੋ ਗੁਣ ਕਵਨ ਸੋ ਮਣੀਆਂ ਮੰਤ। ਕਵਨ ਸੋ ਵੇਸੋ ਹਉ ਕਰੀ ਜਿਤ ਬਸ ਆਵੇ ਕੰਤ। ਕਹਿੰਦੇ ਕਿਹੜਾ ਗੁਣ ਧਾਰਨ ਕਰੀਏ, ਕਿੱਦਾਂ ਦੇ ਬਚਨ ਬੋਲੀਏ। ਤੇ ਮਹਾਰਾਜ ਬਾਣੀ ਦੀ ਕਿਰਪਾ ਕਰਦੇ, ਅੰਮ੍ਰਿਤ ਤੇ ਵੇਲਾ ਸੱਚ ਨੌ ਵਡਿਆਈ ਵਿਚਾਰ। ਕਹਿੰਦੇ ਇੰਨੇ ਮਿੱਠੇ ਬਚਨ ਬੋਲੀਏ, ਇੱਕ ਦੂਜੇ ਨਾਲ ਪਿਆਰ ਕਰੀਏ। ਤੇ ਭਗਤ ਫਰੀਦ ਜੀ ਨੇ ਉਹਦੇ ਦੱਸਣਾ ਕੀਤਾ, ਸਮਝਾਉਣਾ ਕੀਤਾ ਸੀ। ਜਿਹੜੇ ਸਵਾਲ ਕੀਤਾ ਨਾ ਕਿਸੇ ਨੇ ਵੀ ਕਵਨ ਸੋ ਅੱਖਰ ਕਵਨ ਸੋ ਮਣੀਆਂ ਮੰਤ ਜਿਤ ਵਸ ਆਵੇ ਕੰਤ। ਕਹਿੰਦੇ ਕਿਹੜਾ ਵੇਸ ਬਣਾਈਏ, ਕੌਣ ਸੋ ਵੇਸੋ ਹਉ ਕਰੀ ਤਾਂ ਵਸ ਆਵੇ ਕੰਤ। ਫਰੀਦ ਜੀ ਕਹਿੰਦੇ ਨਿਮਨ ਸੋ ਅੱਖਰ ਖਵਨ ਗੁਣ ਜੇਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੇ ਕੰਤ। ਕਹਿੰਦੇ ਜੇ ਤਿੰਨ ਗੁਣ ਕੋਲ ਆ, ਰਸਨਾ ਦੇ ਬਚਨ ਮਿੱਠੇ ਆ, ਨਿਮਰਤਾ ਆ, ਪਿਆਰ ਆ, ਗੁਰੂ ਦੇ ਨਾਲ ਸ਼ਰਧਾ ਆ, ਸੰਗਤ ਦਾ ਮਨ 'ਚ ਸਤਿਕਾਰ ਆ। ਕਿਉਂਕਿ ਸੰਗਤ ਵਿੱਚੋਂ ਇਹ ਸਾਰੇ ਪਦਾਰਥ ਮਿਲਦੇ ਆ। ਵੀ ਸੰਗਤ ਹਰ ਪਰ ਵਸੇ ਜੀਓ। ਜੇ ਸੰਗਤ ਨੂੰ ਆਪਾਂ ਸੰਗਤ ਸਮਝਾਂਗੇ, ਇਹ ਗੁਰੂ ਦੀ ਸੰਗਤ ਆ, ਇਹ ਗੁਰੂ ਦੀ ਪੰਗਤ ਆ, ਤੇ ਗੁਰੂ ਕੋਲ ਸਾਰੇ ਪਦਾਰਥ ਮਿਲਦੇ ਆ। ਤੇ ਫਰੀਦ ਜੀ ਨੇ ਇਸੇ ਤਰ੍ਹਾਂ ਇਸੇ ਲਹਿਦੇ ਤੇ ਜਵਾਬ ਦਿੱਤਾ ਸੀ, ਨਿਮਨ ਸੋ ਅੱਖਰ ਖਵਨ ਗੁਣ ਜੇਬਾ ਮਣੀਆਂ ਮੰਤ। ਇਹ ਤੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ। ਕਿੱਦਾਂ ਦੀ ਸਾਡੀ ਮਤ ਹੋਵੇ। ਫਿਰ ਅਖੀਰ ਵਿੱਚ ਦੋ ਪੰਕਤੀਆਂ ਵਿੱਚ ਮਹਾਰਾਜ ਜੀ ਸਮਝਾਉਂਦੇ ਵੀ ਮਹਾਰਾਜ ਕੋਲ ਬੇਨਤੀ ਕਰੀਏ, ਮਹਾਰਾਜ ਕੋਲ ਅਰਦਾਸ ਕਰੀਏ, ਇਹ ਗਰੀਬ ਨਵਾਜ਼ ਸਾਨੂੰ ਆਪਣੇ ਨਾਲ ਮੇਲਣਾ ਕਰੋ, ਸਾਡੇ 'ਤੇ ਆਪਣੀ ਦਇਆ ਕਰੋ। ਜਿਵੇਂ 12 ਮਾਹ ਦੀ ਪਹਿਲੀ ਪੌੜੀ ਵਿੱਚ ਮਹਾਰਾਜ ਨੇ ਅਲੰਕਾਰ ਕੀਤਾ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿਦਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਧੇਨ ਦੁਦੇ ਤੇ ਬਾਹਰੀ ਕਿਤੇ ਨ ਆਵੇ ਕਾਮ। ਜਲ ਬਿਨ ਸਾਗ ਮਿਲਾਵਟੀ ਉਪਜੇ ਨਾਹੀ ਦਾਮ। ਹਰ ਨਾਮ ਮਿਲੀਏ ਸਾਜਨਾ ਕਤ ਪਾਈਏ ਵਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟੀ ਪਾਠ ਨਗਰ ਸੇ ਗ੍ਰਾਮ। ਸਰਬ ਸਿਗਾਤ ਮੋਰ ਰਸ ਸੰਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਨਾਨਕੀ ਬੇਨੰਤੀਆ ਕਰ ਕਿਰਪਾ ਦੀਜਾ ਨਾਮ। ਹਰ ਮੇਲੋ ਸੁਆਮੀ ਸਾਂਗ ਪ੍ਰਭ ਜਿਸ ਕਾ ਨਿਸ਼ਚਲ ਧਾਮ। ਮਹਾਰਾਜ ਕਹਿੰਦੇ ਅਸੀਂ ਕਿਰਤ ਕਰਕੇ ਕਰਮ ਕਰ ਕਰਕੇ ਆਪ ਤੋਂ ਵਿਛੜ ਗਏ ਹਾਂ, ਕਰਮ ਕਰ ਕਰਕੇ ਆਪ ਤੋਂ ਦੂਰ ਚਲੇ ਗਏ, 84 ਦੇ ਗੇੜੇ ਵਿੱਚ ਫਸੇ ਹੋ ਆ। ਪਰ ਫਿਰ ਵੀ ਨਿਰੰਕਾਰ ਨੇ ਸਾਡੇ 'ਤੇ ਅਪਾਰ ਦਇਆ ਕੀਤੀ ਆ।
ਸਾਡੇ ਤੇ ਮਿਹਰ ਕੀਤੀ ਆ ਵੀ ਸਾਨੂੰ 84 ਲੱਖ ਜੂਨ ਵਿੱਚੋਂ ਸਾਡਾ ਛੁਟਕਾਰਾ ਦਵਾਇਆ, ਸਾਨੂੰ ਛੁਟਕਾਰਾ ਦਵਾ ਕੇ ਮਾਨਸ ਜਨਮ ਬਖਸ਼ਿਆ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਕੋਟ ਜਨਮ ਭਰਮ 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 ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਾਬਾ ਨਾਨਕ ਆਖੇ ਇਹੋ ਵਿਚਾਰ, ਬਿਨ ਗੁਰ ਪੂਰੇ ਨਾਹੀ ਆਧਾਰ। ਗੁਰ ਬਿਨ ਘੋਰਿਆ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਗੈਰ ਇਹ ਜੀਵਨ ਜਿਹੜਾ ਕਿਸੇ ਲੇਖੇ 'ਚ ਨਹੀਂ ਲੱਗਦਾ। ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਮਹਾਰਾਜ ਕਹਿੰਦੇ ਉਹੋ ਹੀ ਸਿੱਖ ਸਾਡਾ ਆ, ਉਹੋ ਹੀ ਸਾਡਾ ਬੰਧ ਪਿਆ, ਉਹੋ ਹੀ ਭਰਾਤਾ ਜਿਹੜਾ ਸਾਡੇ ਨਾਲ ਰਲ ਕੇ ਚੱਲਦਾ ਆ, ਜਿਹੜਾ ਗੁਰੂ ਦੀ ਮੱਤ ਗ੍ਰਹਿਣ ਕਰਦਾ ਆ। ਜਿਹੜਾ ਆਪਾਂ ਆਪਣੀ ਮਨ ਦੀ ਮੱਤ ਵਰਤਦੇ ਆ ਤੇ ਮਹਾਰਾਜ ਕਹਿੰਦੇ ਉਹ ਵਿਛੜ ਕੇ ਚੋਟਾਂ ਖਾਂਦੇ, ਜੂਨਾਂ 'ਚ ਘੁੰਮਦੇ ਆ। ਤੇ ਜੂਨਾਂ ਘੁੰਮਦਿਆਂ ਨੂੰ ਆਪਾਂ ਨੂੰ ਮਹਾਰਾਜ ਨਿਰੰਕਾਰ ਨੇ ਕਿਰਪਾ ਕੀਤੀ ਆ, ਸਾਡਾ ਕੋਈ ਚੰਗਾ ਕਰਮ ਮੂਹਰੇ ਆਇਆ। ਸਾਡੇ ਸੱਚੇ ਪਾਤਸ਼ਾਹ ਦਇਆ ਕੀਤੀ, ਪੂਰਵ ਕਰਮ ਅੰਕੁਰ ਜਦ ਪ੍ਰਗਟੇ। ਕੋਈ ਚੰਗਾ ਕੀਤਾ, ਸਾਡਾ ਕਰਮ ਅੰਕੁਰ ਹੋਇਆ, ਪ੍ਰਗਟ ਹੋਇਆ ਤੇ ਸਤਿਗੁਰਾਂ ਨੇ ਸਾਡੇ ਦਇਆ ਕੀਤੀ, ਤਰਸ ਕੀਤਾ, ਨਿਰੰਕਾਰ ਨੇ ਮਿਹਰ ਕੀਤੀ। ਇਹ ਮਾਨਸ ਜਨਮ ਬਖਸ਼ੀ ਕੀਤਾ। 84 ਲੱਖ ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਦੇ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏਂਦਾ। ਗਰੀਬ ਨਵਾਜ਼ ਸਮਝਾਉਣਾ ਕਹਿੰਦੇ ਵੀ 84 ਲੱਖ ਵਿੱਚੋਂ ਮਾਨਸ ਜਨਮ ਤਾਂ ਲੱਭਿਆ, ਬਾਕੀ ਜੂਨਾਂ ਨਾਮ ਨਹੀਂ ਜਪ ਸਕਦੀਆਂ, ਬਾਕੀ ਜੂਨਾਂ ਇੱਦਾਂ ਸੰਗਤ ਨਹੀਂ ਕਰ ਸਕਦੀਆਂ। ਗੁਰੂ ਕੀ ਸਾਧ ਸੰਗ ਇਸ ਕਰਕੇ ਅਸੀਂ ਭਾਵੇਂ ਘਰਾਂ ਵਿੱਚ ਜਾਨਵਰ ਰੱਖੇ ਵੀ ਆ, ਕੁੱਕਰ ਵੀ ਰੱਖੇ ਹੋ ਆ, ਉਹ ਸਾਨੂੰ ਅਸੀਂ ਉਹਨਾਂ ਨੂੰ ਰੋਟੀ ਪਾਣੀ ਦੇ ਦਈਏ ਤਾਂ ਖਾ ਲੈਂਦੇ ਆ। ਅਸੀਂ 2 ਘੰਟੇ ਲੇਟ ਹੋ ਜਾਈਏ ਰੋਟੀ ਪਾਣੀ ਦੇਣ ਤੋਂ, ਪੱਠੇ ਪਾਉਣ ਤੋਂ, ਪਾਣੀ ਪਿਲਾਉਣ ਤੋਂ, ਉਹ ਧਿਆਏ ਖੜੇ ਰਹਿੰਦੇ, ਭੁੱਖੇ ਖੜੇ ਰਹਿੰਦੇ ਆ। ਅਤੇ ਮਨੁੱਖ ਜਿਹੜਾ ਮੰਗ ਕੇ ਵੀ ਰੋਟੀ ਖਾ ਲੈਂਦਾ, ਆਪਣੇ ਘਰ ਵਿੱਚੋਂ ਪਈ ਆਪ ਹੀ ਲੈ ਕੇ ਖਾ ਸਕਦਾ ਆ। ਇਸ ਕਰਕੇ ਮਹਾਰਾਜ ਸਮਝਾਉਣਾ ਕਰਦੇ ਆ ਵੀ 84 ਲੱਖ ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏਂਦਾ। ਜੇ ਹੁਣ ਵੀ ਸਾਡੇ ਕੋਲ ਸਮਾਂ ਖੁੰਝ ਗਿਆ, ਅਸੀਂ ਗੁਰੂ ਆਏ ਨਹੀਂ ਬਣੇ, ਅਸੀਂ ਗੁਰੂ ਦੀ ਗੱਲ ਨਹੀਂ ਸੁਣੀ, ਅਸੀਂ ਗੁਰੂ ਦੀ ਮੱਤ ਗ੍ਰਹਿਣ ਨਹੀਂ ਕੀਤੀ, ਮਹਾਰਾਜ ਕਿਰਪਾ ਕਰ ਵੀ ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿੰਦੇ ਜਿਹੜਾ ਫਿਰ ਗੁਰੂ ਦੀ ਮੱਤ ਲੈ ਲੈਂਦਾ, ਜਿਹੜਾ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲੈਂਦਾ, ਜਿੰਨੀਆਂ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਦਸ਼ਮੇਸ਼ ਪਿਤਾ ਤੱਕ, ਉਪਰੰਤ ਵੀ ਕਿੰਨੀਆਂ ਗੁਰਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਬਾਬਾ ਦੀਪ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਸਵੇਜ ਸਿੰਘ, ਭਾਈ ਸ਼ਾਹਬਾਜ਼ ਸਿੰਘ, ਕਿੰਨੀਆਂ ਗੁਰਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਜਿਹਨੇ ਆਪਣਾ ਧਰਮ ਨਹੀਂ ਛੱਡਿਆ। ਜਿਸ ਵੇਲੇ ਕਹਿੰਦੇ ਬੰਦਾ ਬਹਾਦਰ ਫੜਿਆ ਗਿਆ, 700 ਸਿੱਖ ਨਾਲ ਕੈਦ ਹੋਏ, ਇੱਕ ਲੜਕਾ ਨੌਜਵਾਨ ਆ, ਉਹ ਨਾਂ ਦਾ ਸਿੰਘ ਨਹੀਂ ਹੱਲੇ, ਉਹ ਸਿੰਘਾਂ 'ਚ ਉਹ ਵੀ ਫੜਿਆ ਗਿਆ। ਜਿਸ ਵੇਲੇ ਕਹਿੰਦੇ ਉਹਦੀ ਵਾਰੀ ਆਈ ਉਹਨੂੰ ਕਤਲ ਕਰਨ ਦੀ, ਉਹਦੀ ਮਾਂ ਪਹੁੰਚੀ ਉੱਥੇ, ਕਹਿੰਦੀ ਮੇਰਾ ਲੜਕਾ ਇਹ ਸਿੱਖ ਨਹੀਂ ਗਾ, ਇਹ ਭੁਲੇਖੇ ਨਾਲ ਕਹਿੰਦੇ ਫੜ ਹੋ ਗਿਆ ਫੌਜ ਸਿੱਖਾਂ ਦੇ ਵਿੱਚ, ਮੇਰਾ ਲੜਕਾ ਛੱਡ ਦਿੱਤਾ ਜਾਵੇ। ਲੜਕੇ ਨੂੰ ਪੁੱਛਿਆ, ਕਹਿੰਦਾ ਇਹ ਮੇਰੀ ਮਾਂ ਹੀ ਨਹੀਂ, ਕਹਿੰਦਾ ਮੈਂ ਸਿੱਖ ਆ, ਮੈਂ ਸਿੱਖਾਂ ਦਾ ਲੜਕਾ ਆ। ਸਾਡੇ ਕੋਲ ਇੰਨਾ ਪਿਆਰ ਹੋਣਾ ਚਾਹੀਦਾ ਗੁਰਸਿੱਖੀ ਨਾਲ। ਉਹਨਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਬਾਣੀ ਦੇ ਆਸਰੇ, ਉਹਨੇ ਕੁਰਬਾਨੀਆਂ ਕੀਤੀਆਂ ਸੇਵਾ ਦੇ ਨਾਲ, ਨਾਮ ਜਪ ਕੇ। ਆਪਾਂ ਸਾਡੇ ਵਾਸਤੇ ਕੁਰਬਾਨੀ ਕਰਨੀ ਤੇ ਔਖੀ ਅੱਜ ਕੱਲ੍ਹ। ਅਸੀਂ ਆਪਣੇ ਆਪ ਨੂੰ ਸੰਭਾਲ ਲਈਏ, ਬਾਣੀ ਪੜ੍ਹ ਕੇ, ਨਾਮ ਜਪ ਕੇ, ਸੰਗਤ ਕਰਕੇ, ਅੰਮ੍ਰਿਤ ਛਕ ਕੇ, ਰਹਿਤਾ ਰੱਖ ਕੇ। ਅੰਮ੍ਰਿਤ ਛਕਾਂਗੇ ਤਾਂ ਗੁਰੂ ਵਾਲੇ ਬਣਾਂਗੇ, ਨਹੀਂ ਤਾਂ ਮਹਾਰਾਜ ਕਹਿੰਦੇ ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ ਜਨ ਪ੍ਰਤਿਸ਼ਠਣੈ, ਕੂਕਰੈ ਸੂਕਰੈ ਕਾਕੈ ਸਰਪਨੈ ਤੁਲ ਖਲੇ। ਇੱਦਾਂ ਦੀਆਂ ਟੇਢੀਆਂ ਜੂਨਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸਾਨੂੰ ਮਰਯਾਦਾ ਬਖਸ਼ੀ ਕੀਤੀ ਹੈ। 5 ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਣਾ, ਜਿਨ੍ਹਾਂ ਮਹਾਂਪੁਰਸ਼ਾਂ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ, ਜਾਂ ਬਾਅਦ 'ਚ ਉਹਨਾਂ ਮਹਾਂਪੁਰਸ਼ ਬਾਬਾ ਗਿਆਨ ਸਿੰਘ, ਬਾਬਾ ਹਰਭਜਨ ਸਿੰਘ ਵਰਕੇ ਜੀ ਹੁਣਾਂ ਨੇ ਇਸ ਸਥਾਨ ਨੂੰ ਸਜਾਇਆ। ਸਾਧ ਸੰਗਤ ਉਹਨਾਂ ਨੇ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਲਾਈ, ਮਰਯਾਦਾ 'ਤੇ ਪਹਿਰਾ ਦਿੱਤਾ, ਅਤੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਿਆ। ਜ਼ਿਲ੍ਹੇ ਨਗਰ ਨਿਵਾਸੀ ਪਹਿਲੀ ਵਾਰੀ ਬਾਬਾ ਗਿਆਨ ਸਿੰਘ ਦੇ ਕੋਲ ਗਏ ਸੀਗੇ, ਨਿਰਮਲ ਕੁਟੀਆ ਜੌਲਾ ਗੁਰਦੁਆਰਾ ਸਾਹਿਬ ਸਜਾਉਣ ਵਾਸਤੇ।
ਤੇ ਬਾਬਾ ਜੀ ਨੇ ਬਚਨ ਕੀਤਾ ਪਹਿਲਾਂ ਆਪਣੀਆਂ ਜੜ੍ਹਾਂ ਪੱਕੀਆਂ ਕਰੀਏ, ਆਪਣੀਆਂ ਨੀਹਾਂ ਪੱਕੀਆਂ ਕਰੀਏ। ਭਾਵ ਭਈ ਪਹਿਲਾਂ ਆਪ ਅੰਮ੍ਰਿਤ ਛਕੀਏ, ਅੰਮ੍ਰਿਤ ਛਕਾਂਗੇ, ਸੇਵਾ ਕਰਾਂਗੇ, ਸੇਵਾ ਕੀਤੀ ਫਲੀ ਭੁਗਤ ਹੋਊਗੀ। ਗੁਰੂ ਸਾਹਿਬ ਕਿਰਪਾ ਕਰਨਗੇ, ਸਾਨੂੰ ਸਾਡੀ ਸਹਾਇਤਾ ਕਰਨਗੇ। ਤੇ ਗੁਰੂ ਕੀ ਸਾਧ ਸੰਗਤ ਹੌਲੀ ਹੌਲੀ ਬਚਨ ਮੰਨਦਿਆਂ ਕਹਿੰਦੇ 17 ਪ੍ਰਾਣੀਆਂ ਨੇ ਇੱਥੇ ਅੰਮ੍ਰਿਤ ਛਕਿਆ ਸੀਗਾ। ਇਹ ਮਹਾਂਪੁਰਸ਼ ਦਇਆ ਕਰਦੇ, ਪਰਉਪਕਾਰ ਕੀਤਾ। ਮਹਾਂਪੁਰਸ਼ਾਂ ਨੇ ਅਸਥਾਨ ਪ੍ਰਗਟ ਕਰਕੇ ਸਜਾ ਦਿੱਤਾ, ਜਿੱਥੇ ਆਪਾਂ ਨੂੰ ਗੁਰਮਤਿ ਸਮਾਗਮ ਵਿੱਚ ਬੈਠ ਕਰਕੇ ਹਾਜ਼ਰੀ ਭਰਨ ਦਾ, ਗੁਰੂ ਦੇ ਦਰਸ਼ਨ ਕਰਨ ਦਾ, ਮਹਾਰਾਜ ਦੀ ਬਾਣੀ ਸਰਵਣ ਕਰਨ ਦਾ, ਮਹਾਰਾਜ ਦਾ ਇਤਿਹਾਸ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਗੁਰੂ ਕੀ ਸਾਧ ਸੰਗਤ ਇਹ ਬਹੁਤ ਹੀ ਅਮੋਲਕ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ। ਨਿਰੰਕਾਰ ਨੇ ਕਿਰਪਾ ਕੀਤੀ ਆ। ਸ਼ਹੀਦਾਂ ਦਾ ਇਹ ਪਾਵਨ ਪਵਿੱਤਰ ਸਥਾਨ ਆ, ਜਿੱਥੇ ਸ਼ਹੀਦਾਂ ਦਾ ਖੂਨ ਡੁੱਲਦਾ। ਗਿਆਨੀ ਜੀ ਦੱਸ ਰਹੇ ਸੀ ਨਾ ਵੀ ਜੇ ਚਮਕੌਰ ਸਾਹਿਬਜ਼ਾਦੇ ਦੇ 40 ਸਿੱਖਾਂ ਦਾ ਖੂਨ ਨਾ ਡੁੱਲਦਾ, ਉਹਨੂੰ ਕਹਿਣਾ ਚਮਕੌਰ ਸਾਹਿਬ। ਸਾਨੂੰ ਫਤਿਹਗੜ੍ਹ ਕਿਸੇ ਨੇ ਨਹੀਂ ਸੀ ਕਹਿਣਾ। ਜੇ ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਕੀਤੀਆਂ ਤੇ ਆਪਾਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਰਹਿਤਾਂ ਰੱਖੀਏ, ਰਹਿਤਾਂ ਤੋਂ ਪਰਹੇਜ਼ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਸਤ ਸੰਗਤ ਕਰੀਏ, ਜੀਵਨ ਤੋਂ ਲਾਭ ਪ੍ਰਾਪਤ ਕਰੀਏ। ਕਿਉਂਕਿ ਮਹਾਰਾਜ ਕਿਰਪਾ ਕਰਦੇ, ਆਪਾਂ ਰੋਜ਼ ਸੰਧਿਆ ਦੇ ਵੇਲੇ ਅੰਮ੍ਰਿਤ ਤੇ ਮਹਾਰਾਜ ਦੇ ਬਚਨ ਅੰਮ੍ਰਿਤ ਲਈ ਸਰਵਣ ਕਰਦੇ ਹਾਂ, ਪੜ੍ਹਦੇ ਵੀ ਹਾਂ। ਵੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਸਮਝਾਉਂਦੇ ਵੀ ਸਾਧ ਸੰਗਤ ਬੈਠੀਏ, ਨਾਮ ਜਪੀਏ, ਸੰਗਤ ਦੇ ਦਰਸ਼ਨ ਕਰੀਏ, ਜੀਵਨ ਤੋਂ ਲਾਭ ਪ੍ਰਾਪਤ ਕਰੀਏ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁਕਤੀ ਚੱਲੀ ਰਹਿਣ। ਸਮਾਂ ਜਿਹੜਾ ਬੀਤਦਾ ਜਾਂਦਾ, ਇੱਕ ਇੱਕ ਸਵਾਸ ਕਰਕੇ ਉਮਰ ਘਟ ਰਹੀ ਆ। ਗੁਰੂ ਕੀ ਸਾਧ ਸੰਗਤ ਆਪਾਂ ਨੇ ਫਰਜ਼ ਬਣਦਾ ਜਿਹੜੇ ਗੁਰਪੁਰਬ ਮਨਾਉਣੇ, ਤੇ ਗੁਰਪੁਰਬ ਮਨਾਇਓ ਫਲੀ ਭੂਤਾਈਆਂ। ਜੇ ਆਪਾਂ ਮਹਾਰਾਜ ਦਾ ਬਚਨ ਵੀ ਮੰਨੀਏ, ਮਹਾਰਾਜ ਕਿਰਪਾ ਕਰਦੇ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਜੋ ਸਾਧੂ ਨੂੰ ਭਾਵੈ ਸੋ ਮਨ ਲੈਣ, ਸੋਈ ਕਰਮ ਕਰੇਨ। ਤੇ ਸਾਧੂਆਂ ਨੂੰ ਭਾਉਂਦਾ ਆ। ਗੁਰਸਿੱਖਾਂ ਦੇ ਘਰਦਿਆਂ ਦਾ ਜਨਮ ਹੋਇਆ, ਆਪਾਂ ਆਪਣੇ ਕੇਸਾਂ ਨੂੰ ਬਰਕਰਾਰ ਰੱਖੀਏ, ਕੇਸ ਨਾ ਕੱਟੀਏ। ਜਿਹੜੇ ਵੀਰ ਨੌਜਵਾਨ ਭੁੱਲ ਜਾਂਦੇ ਆ, ਦਾੜੀ ਕੱਟ ਲੈਂਦੇ ਆ ਜਾਂ ਕੇਸ ਕੱਟ ਲੈਂਦੇ ਆ, ਹੱਥ ਜੋੜ ਕੇ ਸਾਰਿਆਂ ਦੀ ਬੇਨਤੀ ਆ ਕਿ ਕੇਸਾਂ ਦਾ ਸਤਿਕਾਰ ਕਰੀਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕੇਸ ਕੱਟਣੇ ਇੱਕ ਬਹੁਤ ਵੱਡਾ ਪਾਪ ਆ, ਬਹੁਤ ਵੱਡਾ ਪ੍ਰਾਚਿਤ ਆ। ਇਹ ਪ੍ਰਾਚਿਤ ਤੋਂ ਬਚੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਇਹ ਨਾਲ ਫਿਰ ਮਹਾਂਪੁਰਸ਼ਾਂ ਦੀ ਵੀ ਅਸੀਸ ਪ੍ਰਾਪਤ ਹੋ ਜਾਂਦੀ ਆ, ਜਿਹੜੇ ਆਪਾਂ ਮਹਾਂਪੁਰਸ਼ਾਂ ਦੇ ਬਚਨ ਮੰਨ ਲੈਂਦੇ ਆ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਮਹਾਰਾਜ ਨੇ ਦਇਆ ਕੀਤੀ ਆ, ਸੱਚੇ ਪਾਤਸ਼ਾਹ ਨੇ ਬਹੁਤ ਰਹਿਮਤ ਕੀਤੀ ਆ। ਜਿੰਨੀਆਂ ਸੰਗਤਾਂ ਦੀ ਹਾਜ਼ਰੀ ਭਰੀ ਆ, ਸਾਰੀਆਂ ਸੰਗਤਾਂ ਧੰਨਤਾ ਦੇ ਯੋਗ ਆ। ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਬਾਣੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਅੱਗੇ ਵਾਸਤੇ ਐਸੇ ਗੁਰਪੁਰਬ ਮਨਾਉਣ ਵਾਸਤੇ ਹੋਰ ਪਿਆਰ ਸਰਦਾ ਉਹ ਉਤਸ਼ਾਹ ਬਖਸ਼ਿਸ਼ ਕਰਨ। ਨਗਰ ਖੇੜੇ ਤੇ ਇਲਾਕੇ ਦੇ ਆਪਣਾ ਮਿਹਰ ਭਰਿਆ ਹੱਥ ਰੱਖਣ, ਸੁੱਖ ਵਰਤਾਉਣ, ਕਿਰਪਾ ਕਰਨ। ਸਾਨੂੰ ਗੁਰਸਿੱਖੀ ਜੀਵਨ ਜਿੰਨੇ ਪ੍ਰਬੰਧਕ ਆ, ਜਿਹੜੇ ਸੇਵਾ ਕਰ ਰਹੇ ਪ੍ਰਬੰਧਕਾਂ ਨਾਲ ਬਾਲ ਕੇ, ਇਹ ਵੀ ਧੰਨਤਾ ਦੇ ਯੋਗ ਆ। ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਵੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਗ੍ਰੰਥੀ ਸਾਹਿਬਾਨ ਸੇਵਾਵਾਂ ਨਿਭਾਉਂਦੇ ਆ। ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ, ਬਾਣੀ ਵੱਲ ਦਾ ਪਿਆਰ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਨਾਲ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।